एक डंडा मुल्तानी के पिछे दिता गया, उहदे ठुड्डां मारियां गईयां डंडे ते, जिहदे करके मुल्तानी कोलैप्स कर गया, ब्लीडिंग हुंदी रही। बाद दे विच भी वो पेन दे विच देखिया मुल्तानी नूं। जिहड़े झूठे परचे तैयार कीते गए, जिहड़ी एविडेंस प्लांट की गई झूठे 302 के तहत परचा भी दर्ज हो जाता है, गवाह भी खड़े ने, वड्डी टीम वकीलों की भी खिलाफ खड़ी है, अदालत ने भी फैसला सुनाता है, फिर भी गिरफ्तारी नहीं हुई। सिस्टम ਦੀ डिटीरियोरेशन उदों शुरू होंदी है ਜਦੋਂ ਵਰਦੀ ਵਾਲੇ गलत राह फड़ लेंगे हैं, क्योंकि उन्होंने प्रोटेक्ट करना। गिरफ्तारी के लिए छापेमारी हो रही है, किते SIT छापेमारी कर रही है, किते पुलिस छापेमारी कर रही है, फिर की लगता है कि सारा कुछ पखंड एक दिखावा किया जा रहा है कि असी सुमेध सैनी नूं गिरफ्तारी करने के लिए कदम चुक रहे हैं पर वो साडे हाथ नहीं आ रहा। ना फड़े जाना एविडेंटली किते ना किते तो इन्वेस्टिगेटिव टीम तो सवाल उठाਉਂਦਾ ही है कि वो की फड़ नहीं सकते सी एक बंदे नूं जिहड़ा इन्ने प्रोटेक्टिव कवर देण डंडा पिछे दे के उहदे ठुड्डां मरवाउणियां और उस चीज़ नूं इंजॉय करना या देखते रहना, अगले नूं दर्द विच तड़पदे रहण देना, ये कोई इंसानियत नहीं, हैवानियत भी हर हद पार है। सैनी वर्गे का सवाल है इहो ਜਿਹੇ ਦੇ ਵਿੱਚ ਵੇਖੋ डर ਅਸੀਂ ਇਸੇ सोसाइटी 'ਚ रहना है। जे इहो ਜਿਹੇ ਕਾਤਲਾਂ ਨੂੰ ਅਸੀਂ ਵਰਦੀ ਪਾ ਕੇ ਆਪਣੇ ਪ੍ਰੋਟੈਕਟਰਸ ਮੰਨਾਂਗੇ ਤੇ ਸਾਡੇ ਤੋਂ ਵੱਡਾ ਬੇਵਕੂਫ ਕੌਣ ਹੈ। ਸੈਣੀ ਵਰਗੇ ਨੂੰ ਵੀ ਕਾਨੂੰਨ ਦਾ ਡਰ ਹੋਣਾ ਚਾਹੀਦਾ ਹੈ, ਉਹਨੂੰ ਉਹਦੇ ਪਾਪਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਇਹ ਸਿਸਟਮ ਨਾਲ ਖਿਲਵਾੜ ਕਰਨ ਦੀ ਕੋਈ ਹਿੰਮਤ ਨਾ ਕਰ ਸਕੇ। सत श्री अकाल, प्राइम एशिया टीवी के नाल तुसी बने हुए हो, मैं हाँ सुख सोहल। साल 1991 ਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਹੋਣਾ ਨੂੰ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ ਹੈ ਤੇ ਇਸ ਸ਼ਿਕਾਰ ਦੇ ਤਹਿਤ, ਇਸ ਤਸ਼ੱਦਦ ਦੇ ਤਹਿਤ ਉਹ ਦਮ ਤੋੜ ਜਾਂਦੇ ਨੇ। ਤੇ ਅੱਜ ਉਸੇ ਹੀ ਕੇਸ ਦੇ ਵਿੱਚ ਸੁਮੇਧ ਸਿੰਘ ਸੈਣੀ ਜੋ ਕਿ ਕਿਸੇ ਵੇਲੇ ਪੰਜਾਬ ਪੁਲਿਸ ਦੇ DGP ਰਹੇ ਨੇ, ਉਹਨਾਂ ਦੇ ਉੱਤੇ ਕੋਰਟ ਵੱਲੋਂ ਧਾਰਾ 302 ਦੇ ਤਹਿਤ ਕਾਰਵਾਈ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ। ਜਿਹੜੀ ਪੁਲਿਸ ਕਦੇ DGP ਰਹਿੰਦਿਆਂ ਸੁਮੇਧ ਸਿੰਘ ਸੈਣੀ ਹੋਣਾ ਨੂੰ ਸਲੂਟ ਮਾਰਦੀ ਸੀ, ਅੱਜ ਸੁਮੇਧ ਸੈਣੀ ਦੀ ਗ੍ਰਿਫਤਾਰੀ ਦੇ ਲਈ ਉਹਨਾਂ ਦੇ ਘਰ ਛਾਪੇਮਾਰੀ ਕਰ ਰਹੀ ਹੈ। ਇਸ ਪੂਰੇ ਕੇਸ ਦੀ ਪੈਰਵਾਈ ਕਰ ਰਹੇ ਐਡਵੋਕੇਟ ਪ੍ਰਦੀਪ ਵਿਰਕ ਹੋਣੀ ਅੱਜ ਸਾਡੇ ਨਾਲ ਮੌਜੂਦ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਜਾਣਾਂਗੇ ਕਿ ਆਖਰਕਾਰ ਪੂਰਾ ਮਾਮਲਾ ਕੀ ਹੈ ਤੇ ਹੋਰ ਕਿੰਨਾ ਕੁ ਸਮਾਂ ਲੱਗੇਗਾ ਕਿ ਸੱਚ ਦੀ ਜਿੱਤ ਅਦਾਲਤ ਦੇ ਵਿੱਚ ਹੋਵੇਗੀ। ਸੋ ਸਵਾਗਤ ਕਰਦੇ ਹਾਂ ਪ੍ਰਦੀਪ ਵਿਰਕ ਹੋਣਾ ਦਾ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੁਮੇਧ ਸੈਣੀ ਦੇ ਖਿਲਾਫ ਪਰਚਾ ਦਰਜ ਹੋ ਗਿਆ ਹੈ 302 ਦਾ। ਲੋਕਾਂ ਨੂੰ ਇਹ ਸੀ ਕਿ ਪਰਚਾ ਦਰਜ ਹੋ ਗਿਆ, ਹੁਣ ਗ੍ਰਿਫਤਾਰੀ ਹੋਵੇਗੀ, ਪਰ ਜਿਵੇਂ ਅਸੀਂ ਅਖਬਾਰਾਂ ਦੇ ਵਿੱਚ ਪੜ੍ਹ ਰਹੇ ਹਾਂ, ਮੀਡੀਆ ਦੇ ਵਿੱਚ ਖਬਰਾਂ ਆ ਰਹੀਆਂ ਨੇ, ਕਿਤੇ 2 ਦਿਨ ਦੀ ਗ੍ਰਿਫਤਾਰੀ ਦੀ ਰੋਕ, ਕਿਤੇ 3 ਦਿਨ ਦੀ ਗ੍ਰਿਫਤਾਰੀ ਦੀ ਰੋਕ। ਹੁਣ ਮਸਲਾ ਕਿੱਥੇ ਅੜਿਆ ਹੋਇਆ? ਵੇਖੋ ਥੋੜੀ ਜਿਹੀ ਪਹਿਲਾਂ ਮੈਂ ਬੈਕਗਰਾਉਂਡ ਐਕਸਪਲੇਨ ਕਰਦਾ ਕੇਸ ਦੀ, ਜਿਹਦੇ ਤੋਂ ਤੁਹਾਡੇ ਕੁਐਸਚਨ ਦਾ ਆਨਸਰ ਕਲੀਅਰ ਹੋਊਗਾ ਜੀ। ਇਹ 1991 ਦਾ ਕੇਸ ਹੈ ਜਿਹਦੇ ਵਿੱਚ ਸੁਮੇਧ ਸਿੰਘ ਸੈਣੀ ਨੇ ਐਜ਼ SSP ਚੰਡੀਗੜ੍ਹ ਬਲਵੰਤ ਸਿੰਘ ਮੁਲਤਾਨੀ ਨੂੰ ਇਲੀਗਲੀ ਚੁਕਵਾਇਆ 11 ਦਸੰਬਰ 1991। ਉਸ ਤੋਂ ਬਾਅਦ ਕਸਟਡੀ ਦੇ ਵਿੱਚ ਟੌਰਚਰ ਕੀਤਾ। 13 ਦਸੰਬਰ 1991 ਨੂੰ ਉਹਨਾਂ ਤੇ ਝੂਠੇ ਪਰਚੇ ਦਰਜ ਕਰਵਾਉਣੇ ਸ਼ੁਰੂ ਕਰਤੇ ਜੀ। ਟੌਰਚਰ ਕਰਦਿਆਂ ਹੋਇਆਂ ਬਲਵੰਤ ਮੁਲਤਾਨੀ ਨੂੰ ਇੰਨਾ ਟੌਰਚਰ ਕੀਤਾ ਕਿ ਮਾਰ ਦਿੱਤਾ। ਟੌਰਚਰ ਕਰਕੇ ਡੈਥ ਹੋ ਗਈ। ਫਿਰ ਬੋਡੀ ਡਿਸਪੋਜ਼ ਆਫ ਕਰਵਾਈ ਔਰ ਫਿਰ ਉਹਨਾਂ ਨੂੰ ਪ੍ਰੋਕਲੇਮਡ ਅਫੈਂਡਰ ਡਿਕਲੇਅਰ ਕਰਵਾਇਆ। ਕਿਸੇ ਕੇਸ ਦੇ ਵਿੱਚ ਸ਼ੋਅ ਕੀਤਾ ਕਿ ਕਾਦੀਆਂ ਤੋਂ ਬਲਵੰਤ ਸਿੰਘ ਮੁਲਤਾਨੀ ਭੱਜ ਗਏ। ਅੱਛਾ। ਇਸ ਕੇਸ ਦੀ ਟ੍ਰਾਇਲ 2006 ਤੱਕ ਚੱਲੀ। ਜਿਹੜੇ ਬਾਕੀ ਅਕਿਊਜ਼ ਸੀ ਉਹਨਾਂ ਨੇ ਟ੍ਰਾਇਲ ਭੁਗਤੀ। ਉਸ ਤੋਂ ਬਾਅਦ ਅਪੀਲ ਦੇ ਵਿੱਚ ਆਨਰੇਬਲ ਹਾਈ ਕੋਰਟ ਦੇ ਵਿੱਚ ਜਦੋਂ ਮੈਟਰ ਪੈਂਡਿੰਗ ਸੀ, ਇਹ ਫੈਕਟ ਕੋਰਟ ਦੇ ਵਿੱਚ ਆਇਆ ਕਿ ਕਿਸ ਤਰ੍ਹਾਂ ਮੁਲਤਾਨੀ ਨੂੰ ਪ੍ਰੋਕਲੇਮਡ ਅਫੈਂਡਰ ਗਲਤ ਡਿਕਲੇਅਰ ਕੀਤਾ ਗਿਆ। ਸੋ CBI ਇਨਵੈਸਟੀਗੇਸ਼ਨ ਆਰਡਰ ਹੋਈ ਔਰ ਉਸ ਵੇਲੇ CBI ਇਨਵੈਸਟੀਗੇਸ਼ਨ ਦੇ ਵਿੱਚ 9 ਮਹੀਨੇ ਦੀ ਤਫਤੀਸ਼, 70 ਵਿਟਨੈਸ ਐਗਜ਼ਾਮਿਨ ਹੋ ਕੇ ਇਹ ਪੁਆਇੰਟ ਸਾਹਮਣੇ ਆਇਆ ਕਿ ਸੁਮੇਧ ਸਿੰਘ ਸੈਣੀ ਤੇ ਆਰਡਰਸ ਤੇ ਔਰ ਉਹਦੀ ਪ੍ਰੈਜ਼ੈਂਸ ਦੇ ਵਿੱਚ ਸਾਰਾ ਕੁਝ ਹੋਇਆ। ਸੋ ਉਸ ਚੀਜ਼ ਤੋਂ ਬਾਅਦ ਸੁਮੇਧ ਸਿੰਘ ਸੈਣੀ ਤੇ CBI ਵੱਲੋਂ FIR ਰਜਿਸਟਰ ਹੋਈ ਜੁਲਾਈ 2008 ਜੀ। ਉਸ ਤੋਂ ਬਾਅਦ ਪੰਜਾਬ ਗਵਰਨਮੈਂਟ ਪਹਿਲਾਂ ਗਈ, ਫਿਰ ਸੁਮੇਧ ਸਿੰਘ ਸੈਣੀ ਨੇ ਵੀ ਉਹਨਾਂ ਨੂੰ ਜੁਆਇਨ ਕੀਤਾ। SLP ਪਾਈ ਸੁਪਰੀਮ ਕੋਰਟ ਦੇ ਵਿੱਚ ਔਰ ਦਸੰਬਰ 2011 ਉਦੋਂ ਆਨਰੇਬਲ ਸੁਪਰੀਮ ਕੋਰਟ ਨੇ ਇੱਕ ਛੋਟੇ ਜਿਹੇ ਟੈਕਨੀਕੈਲਿਟੀ ਦੇ ਉੱਤੇ ਇਸ ਕੇਸ ਨੂੰ ਕੁਐਸ਼ ਕੀਤਾ, ਕਹਿੰਦਿਆਂ ਹੋਇਆਂ ਕਿ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਦੀ ਜਗ੍ਹਾ ਇੱਕ ਸਿੰਗਲ ਜੱਜ ਨੂੰ ਇਹ ਕੇਸ ਸੁਣਨਾ ਚਾਹੀਦਾ ਸੀ ਜੀ। ਐਂਡ ਸੁਮੇਧ ਸਿੰਘ ਸੈਣੀ ਨੂੰ ਬਿਨਾਂ ਸੁਣੇ ਆਰਡਰ ਪਾਸ ਹੋਇਆ। ਇਸ ਕਰਕੇ
ਸਾਰਾ ਕੁਝ ਕੁਐਸ਼ ਹੁੰਦਾ ਹੈ ਔਰ ਪਾਰਟੀਆਂ ਨੂੰ ਕਿਹਾ ਕਿ ਤੁਹਾਨੂੰ ਲਿਬਰਟੀ ਦਿੱਤੀ ਜਾਂਦੀ ਹੈ ਕਿ ਤੁਸੀਂ ਦੁਬਾਰਾ ਇਹ ਪ੍ਰੋਸੀਡਿੰਗਸ ਇਨੀਸ਼ੀਏਟ ਕਰ ਸਕਦੇ ਹੋ ਜੀ। ਉਸ ਤੋਂ 2 ਮਹੀਨੇ ਬਾਅਦ ਸੁਮੇਧ ਸਿੰਘ ਸੈਣੀ ਡੀਜੀ ਬਣ ਗਏ। ਡੀਜੀ ਬਣ ਕੇ ਤਾਂ ਆਬਵੀਅਸਲੀ ਕੁਝ ਸ਼ੁਰੂਆਤ ਹੋਣੀ ਨਹੀਂ ਸੀ, ਹਰ ਚੀਜ਼ ਤੇ ਫੁੱਲ ਸਟਾਪ ਲੱਗਿਆ ਰਿਹਾ ਤੇ ਹੁਣ ਉਹਦੀ ਰਿਟਾਇਰਮੈਂਟ ਤੋਂ ਸਮਝੋ 1.5-2 ਸਾਲ ਦੇ ਬਾਅਦ ਕੰਪਲੇਨੈਂਟ ਜਿਹੜੇ ਡਿਸੀਜ਼ ਦੇ ਬ੍ਰਦਰ ਨੇ ਜੀ, ਉਹਨਾਂ ਨੇ ਹਿੰਮਤ ਕਰਕੇ ਅੱਗੇ ਆ ਕੇ ਦੁਬਾਰਾ ਕੰਪਲੇਂਟ ਦੇ ਕੇ ਪ੍ਰੋਸੈਸ ਇਨੀਸ਼ੀਏਟ ਕੀਤਾ ਹੈ। ਹੁਣ ਇੱਕ ਤਾਂ ਇਸ ਕੇਸ ਦੇ ਵਿੱਚ ਸੀਬੀਆਈ ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਸੀ ਉਹਦੀ ਕੋਈ ਡਿਟੇਲ ਨਹੀਂ ਦਿੱਤੀ, ਨਾ ਵਿਟਨੈਸਸ ਦੀ ਲਿਸਟ ਪ੍ਰੋਵਾਈਡ ਕੀਤੀ, ਨਾ ਇਸ ਚੀਜ਼ ਨੂੰ ਐਡਮਿਟ ਕੀਤਾ, ਨਾ ਇਸ ਚੀਜ਼ ਨੂੰ ਡਿਨਾਈ ਕੀਤਾ ਕਿ ਉਹਨਾਂ ਕੋਲ ਰਿਕਾਰਡ ਹੈ। ਸੋ ਐਜ਼ ਅ ਰਿਜ਼ਲਟ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਮੇਜਰ ਅੜਚਨ ਇਹ ਆ ਗਈ ਜੀ। ਦੂਜੀ ਗੱਲ ਇਹਦੇ 'ਚ ਕੀ ਹੋਈ, ਵੇਖੋ 29 ਸਾਲ ਪੁਰਾਣਾ ਮਾਮਲਾ ਹੈ, ਐਵੀਡੈਂਸ ਦੀ ਇੰਨੀ ਦੇਰ ਕਿਹੜੀ ਐਵੀਡੈਂਸ ਬਚਦੀ ਹੈ। ਜਿਹੜਾ ਮੁਲਤਾਨੀ ਨੂੰ ਟੌਰਚਰ ਕੀਤਾ ਗਿਆ ਉਹ ਇੱਕ ਬੰਦ ਕਮਰੇ ਦੇ ਵਿੱਚ ਕੀਤਾ ਗਿਆ ਜਿਹੜਾ ਪੁਲਿਸ ਸਟੇਸ਼ਨ ਸੈਕਟਰ 17 ਦੇ ਵਿੱਚ ਸੀ। ਸੋ ਆਬਵੀਅਸ ਹੈ ਜਾਂ ਉੱਥੇ ਪੁਲਿਸ ਵਾਲੇ ਵਿਟਨੈਸ ਹੋਣਗੇ ਜਾਂ ਜਿਹੜੇ ਲੌਕਅਪ ਦੇ ਵਿੱਚ ਰਾਤ ਕੱਟੀ ਹੈ ਉਸ ਲੌਕਅਪ ਦੇ ਵਿੱਚ ਜਿਹੜੇ ਮੌਜੂਦ ਹੋਣਗੇ ਅਕਿਊਜ਼ਡ ਉਹ ਆਈ ਵਿਟਨੈਸ ਹੋਣਗੇ। ਸੋ ਇਸ ਕੇਸ ਦੇ ਵਿੱਚ ਇੱਕ ਰਾਜੇਸ਼ ਰਾਜਾ ਨਾਂ ਦਾ ਆਈ ਵਿਟਨੈਸ ਅੱਗੇ ਆਇਆ ਜਿਹੜਾ ਉਸ ਰਾਤ ਲੌਕਅਪ ਸੀ, ਜਿਹਨੇ ਮੁਲਤਾਨੀ ਦੀ ਕੰਡੀਸ਼ਨ ਦੇਖੀ ਹੈ ਟੌਰਚਰ ਤੋਂ ਬਾਅਦ। ਉਹਨੇ ਡਿਟੇਲਸ ਦਿੱਤੀਆਂ ਕਿਸ ਤਰ੍ਹਾਂ 2 ਵਾਰੀ ਉਹਦੇ ਤੋਂ ਤੁਰਿਆ ਨਹੀਂ ਜਾ ਰਿਹਾ ਸੀ, ਤੀਜੀ ਵਾਰੀ ਉਹਨੂੰ ਸੁੱਟਿਆ ਗਿਆ ਐਂਡ ਉਹ ਬਿਲਕੁਲ ਹੀ ਅਨਕੌਂਸ਼ੀਅਸ ਸੀ। ਕਿਸ ਤਰ੍ਹਾਂ ਮੁਲਤਾਨੀ ਨੇ ਕਨਵੇ ਕੀਤਾ ਰਾਜੇਸ਼ ਰਾਜਾ ਨੂੰ ਕਿ ਉਹਦੀ ਫੈਮਿਲੀ ਨੂੰ ਉਹਦੇ ਮਦਰ ਅਤੇ ਸਿਸਟਰਸ ਦੀ ਸੇਫਟੀ ਲਈ ਮੈਸੇਜ ਕਨਵੇ ਕਰੇ। ਫਿਰ ਮਿਸਿਸ ਜੀਕੇ ਮਾਨ ਦੀਆਂ ਸਟੇਟਮੈਂਟਸ ਨੇ, ਸਟੇਟਮੈਂਟ ਹੋਈ 164 ਦੇ ਅੰਡਰ, ਜਿੱਥੇ ਉਹਨਾਂ ਨੇ ਡਿਟੇਲਸ ਦਿੱਤੀਆਂ ਕਿ ਕਿਸ ਤਰ੍ਹਾਂ ਉਹਨਾਂ ਦੇ ਸਾਹਮਣੇ ਮੁਲਤਾਨੀ ਨੂੰ ਠੁੱਡਾਂ ਮਾਰੀਆਂ ਸੁਮੇਧ ਸੈਣੀ ਨੇ। ਜੀਕੇ ਮਾਨ ਕੌਣ ਨੇ? ਜੀਕੇ ਮਾਨ ਇੱਕ ਐਡਵੋਕੇਟ ਨੇ ਜੀ। ਮਿਸਿਸ ਜੀਕੇ ਮਾਨ ਉਸ ਕੇਸ ਦੇ ਵਿੱਚ ਅਕਿਊਜ਼ ਸੀਗੇ ਜਿਹੜਾ ਨੇ ਟ੍ਰਾਇਲ ਫੇਸ ਕੀਤੀ ਔਰ ਬਰੀ ਹੋਇਆ ਕੇਸ ਦੇ ਵਿੱਚ ਜੀ ਫਾਈਨਲੀ। ਸੋ ਉਹ ਵੀ ਆਈ ਵਿਟਨੈਸ ਨੇ, ਉਹਨਾਂ ਨੇ ਡਿਟੇਲਸ ਦਿੱਤੀਆਂ। ਫਿਰ 2 ਪੁਲਿਸ ਵਾਲੇ ਹੈਗੇ ਰਿਟਾਇਰਡ ਇੰਸਪੈਕਟਰਸ ਜਗੀਰ ਸਿੰਘ ਤੇ ਕੁਲਦੀਪ ਸਿੰਘ ਜੀ, ਇਹ ਵਾਦਾ ਮਾਫ ਗਵਾਹ ਬਣੇ। ਉਹਨਾਂ ਨੇ ਦੱਸਿਆ ਕਿਸ ਤਰ੍ਹਾਂ ਮੁਲਤਾਨੀ ਨੂੰ ਟੌਰਚਰ ਕੀਤਾ, ਕਸਟਡੀ ਦੇ ਵਿੱਚ ਤਸ਼ੱਦਦ ਜਿਹੜੀ ਢਾਈ ਗਈ, ਇੱਕ ਡੰਡਾ ਮੁਲਤਾਨੀ ਦੇ ਪਿੱਛੇ ਦਿੱਤਾ ਗਿਆ, ਉਹਦੇ ਠੁੱਡਾਂ ਮਾਰੀਆਂ ਗਈਆਂ ਡੰਡੇ ਤੇ, ਜਿਹਦੇ ਕਰਕੇ ਮੁਲਤਾਨੀ ਕੋਲੈਪਸ ਕਰ ਗਿਆ, ਬਲੀਡਿੰਗ ਹੁੰਦੀ ਰਹੀ। ਬਾਅਦ ਦੇ ਵਿੱਚ ਵੀ ਉਹ ਪੇਨ ਦੇ ਵਿੱਚ ਦੇਖਿਆ ਮੁਲਤਾਨੀ ਨੂੰ ਐਂਡ ਇਸ ਟੌਰਚਰ ਦੀ ਹੱਦ ਨੂੰ ਉਹਨਾਂ ਨੇ ਪੂਰੀ ਡਿਟੇਲ ਦੇ ਵਿੱਚ ਐਕਸਪਲੇਨ ਕੀਤਾ। ਹੁਣ ਇਹਨਾਂ ਵਾਦਾ ਮਾਫ ਗਵਾਹਾਂ ਦੀ ਜੇ ਆਪਾਂ ਸਟੇਟਮੈਂਟਸ ਦੇਖੀਏ, ਚੀਜ਼ਾਂ ਦੇਖੀਏ, ਬਿਕੋਜ਼ ਆਬਵੀਅਸਲੀ ਜੋ ਹੋਇਆ ਉਹ ਪੁਲਿਸ ਸਟੇਸ਼ਨ ਦੀਆਂ 4 ਦੀਵਾਰਾਂ 'ਚ ਹੋਇਆ, 4 ਦੀਵਾਰੀ 'ਚ ਹੋਇਆ। ਸੋ ਕਿਸੇ ਹੋਰ ਨੂੰ ਨਹੀਂ ਪਤਾ ਹੋ ਸਕਦਾ ਸੀ। ਇੰਨੀ ਐਵੀਡੈਂਸ ਆਉਣ ਤੋਂ ਬਾਅਦ ਡੈਫੀਨਿਟਲੀ ਕੇਸ ਸਟਰੋਂਗ ਵੀ ਬਣ ਗਿਆ ਐਂਡ ਹੁਣ ਇਸ ਤੋਂ ਬਾਅਦ 302 ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਕਿ 302 ਲਾਓ। ਐਜ਼ ਅ ਲਾਇਰ ਮੈਂ ਫੀਲ ਕਰਦਾ ਕਿ ਜਦੋਂ FIR ਰਜਿਸਟਰ ਹੋਈ ਸੀ ਉਦੋਂ 302 ਐਡ ਹੋਣੀ ਚਾਹੀਦੀ ਸੀ, ਨਹੀਂ ਹੋਈ, ਦੇਰ ਆਏ ਦੁਰਸਤ ਆਏ, ਹੁਣ ਐਡ ਕਰਤੀ ਕੋਰਟ ਦੀਆਂ ਡਾਇਰੈਕਸ਼ਨਸ ਤੇ ਉਹ ਵੀ ਚਲੋ ਉਹ ਵੀ ਕਬੂਲ ਹੈ। ਪਰ ਹੁਣ ਉਹਦੀ ਕਸਟੋਡੀਅਲ ਇੰਟਰੋਗੇਸ਼ਨ ਮੈਂ ਫੀਲ ਕਰਦਾ ਐਜ਼ ਅ ਲਾਇਰ ਬਹੁਤ ਜ਼ਰੂਰੀ ਹੈ, ਕਿਉਂਕਿ ਬਾਡੀ ਕਿੱਥੇ ਡਿਸਪੋਜ਼ ਆਫ ਕੀਤੀ, ਆਬਵੀਅਸਲੀ ਟੌਰਚਰ ਕਰ ਰਹੇ ਸੀ ਤੇ ਕੱਪੜੇ ਉਤਾਰੇ ਹੋਣੇ ਹੈ, ਸ਼ੂਜ਼ ਉਤਾਰੇ ਹੋਣੇ ਹੈ, ਪੱਗ ਉਤਰੀ ਹੋਈ ਹੈ, ਤੇ ਉਹਨਾਂ ਚੀਜ਼ਾਂ ਨੂੰ ਕਿੱਥੇ ਡਿਸਪੋਜ਼ ਆਫ ਕੀਤਾ, ਕਿਵੇਂ ਕੀਤਾ, ਕਿਹੜੇ ਪੁਲਿਸ ਵਾਲਿਆਂ ਨੂੰ ਡਿਪਿਊਟ ਕੀਤਾ ਗਿਆ ਇਸ ਇਲੀਗਲ ਕੰਮ ਲਈ ਜੀ, ਜਿਹੜੇ ਝੂਠੇ ਪਰਚੇ ਤਿਆਰ ਕੀਤੇ ਗਏ, ਜਿਹੜੀ ਐਵੀਡੈਂਸ ਪਲਾਂਟ ਕੀਤੀ ਗਈ, ਝੂਠੇ ਵੈਪਨਸ, ਫੇਕ ਵੈਪਨਸ ਪਲਾਂਟ ਕੀਤੇ, ਮਤਲਬ ਉਹ ਇਲੀਗਲ ਵੈਪਨ ਪਲਾਂਟ ਕੀਤੇ, ਉਹ ਇਲੀਗਲ ਵੈਪਨਸ ਕਿੱਥੋਂ ਆਏ, ਉਹ ਸਾਰੀ ਤਫਤੀਸ਼ ਦੇ ਵਿੱਚ ਹੁਣ ਜੇ ਕਸਟੋਡੀਅਲ ਇੰਟਰੋਗੇਸ਼ਨ ਹੋਊਗੀ ਸੁਮੇਧ ਸਿੰਘ ਸੈਣੀ ਦੀ, ਉਹ ਡਿਟੇਲਸ ਤਾਂ ਹੋਣਗੀਆਂ ਜੀ। ਸੋ ਐਜ਼ ਅ ਲਾਇਰ ਮੈਂ ਫੀਲ ਕਰਦਾ ਕਿ ਕਸਟੋਡੀਅਲ ਇੰਟਰੋਗੇਸ਼ਨ ਐਸੈਂਸ਼ੀਅਲ ਹੈ। ਪ੍ਰੋਸੀਕਿਊਸ਼ਨ ਨੇ ਵੀ ਇਹੀ ਸਟੈਂਡ ਲਿਆ ਹੈ ਹੁਣ ਕਿ ਹਾਂ ਕਸਟੋਡੀਅਲ ਇੰਟਰੋਗੇਸ਼ਨ ਜ਼ਰੂਰੀ ਹੈ, ਪਰ ਕੋਰਟ ਵੱਲੋਂ ਅਜੇ ਕਿਤੇ ਵੀ ਉਸ ਚੀਜ਼ ਦੇ ਉੱਤੇ ਇੰਟਰਿਮ ਪ੍ਰੋਟੈਕਸ਼ਨ ਸੁਮੇਧ ਸੈਣੀ ਨੂੰ ਦਿੱਤੀ ਜਾ ਰਹੀ ਹੈ। ਦੇਖੋ ਮੈਂ ਕੋਰਟ ਦੀ ਫੰਕਸ਼ਨਿੰਗ ਦੇ ਉੱਤੇ ਐਜ਼ ਅ ਲਾਇਰ ਕਮੈਂਟ ਨਹੀਂ ਕਰ ਸਕਦਾ, ਦੈਟ ਵੁੱਡ ਬੀ ਅਨਐਥਿਕਲ, ਕਿਉਂਕਿ ਮੈਂ ਆਪ ਇਸ ਕੇਸ ਦੇ ਵਿੱਚ ਲਾਇਰ ਹਾਂ। ਸੋ ਇਸ ਕਰਕੇ ਹੁਣ ਜੇ ਕੋਰਟ ਤੋਂ ਇੰਟਰਿਮ ਮਿਲ ਰਹੀ ਹੈ, ਅਸੀਂ ਉਸ ਚੀਜ਼ ਨੂੰ ਅਪੋਜ਼ ਵੀ ਕਰ ਰਹੇ ਹਾਂ, ਆਪਣੇ ਵੱਲੋਂ ਲੜ ਵੀ ਰਹੇ ਹਾਂ। ਕਿ ਵਜ੍ਹਾ ਕੀ ਲੱਗਦੀ ਹੈ ਕਿ 302 ਦੇ ਤਹਿਤ ਪਰਚਾ ਵੀ ਦਰਜ ਹੋ ਜਾਂਦਾ ਹੈ, ਗਵਾਹ ਵੀ ਖੜੇ ਨੇ, ਵੱਡੀ ਟੀਮ ਵਕੀਲਾਂ ਦੀ ਵੀ ਖਿਲਾਫ ਖੜੀ ਹੈ, ਅਦਾਲਤ ਨੇ ਵੀ ਫੈਸਲਾ ਸੁਣਾਤਾ ਹੈ, ਫਿਰ ਵੀ ਗ੍ਰਿਫਤਾਰੀ ਨਹੀਂ ਹੋ ਰਹੀ। ਦੇਖੋ ਅਦਾਲਤ ਨੇ 302 ਲਾਤੀ, ਪਰ ਦੂਜੇ ਜੱਜ ਸਾਹਿਬ ਨੂੰ ਲੱਗ ਰਿਹਾ ਕਿ ਅਰੈਸਟ ਕਰਨ ਦੀ ਅਜੇ ਲੋੜ ਨਹੀਂ ਹੈ ਜਦੋਂ ਤੱਕ ਫਾਈਨਲ ਫੈਸਲਾ ਨਹੀਂ ਹੁੰਦਾ। ਸੋ ਉਹ ਤਾਂ ਇੱਕ ਡਿਸਕ੍ਰਿਸ਼ਨਰੀ ਪਾਵਰ ਹੈ ਜੱਜ ਦੀ ਜੀ। ਔਰ ਮੈਂ ਫਿਰ ਉਹੀ ਗੱਲ ਕਹਾਂਗਾ ਕਿ ਐਜ਼ ਅ ਲਾਇਰ ਇੱਕ ਕੰਪੇਅਰ ਕਰਨਾ ਚੀਜ਼ ਕਿ ਜੱਜ ਸਾਹਿਬ ਹੋਰ ਕਿੰਨੇ ਕੇਸਿਸ ਦੇ ਵਿੱਚ ਐਂਟੀਸਪੇਟਰੀ ਬੇਲ ਦਿੰਦੇ ਹੈ ਜਿੱਥੇ ਇੱਥੇ ਦਿੱਤੀ ਜਾ ਰਹੀ ਹੈ,
ਜਾਂ ਉਸ ਕੇਸ ਦੇ ਵਿੱਚ ਕੋਰਟ ਦੀ ਫੰਕਸ਼ਨਿੰਗ ਤੇ ਕਮੈਂਟ ਕਰਨਾ ਹੈ, ਕੋਰਟ ਦੇ ਆਰਡਰ ਤੇ, ਉਹ ਅਨਐਥੀਕਲ ਹੈ। ਮੈਂ ਐਜ਼ ਅ ਲਾਇਰ ਉਹ ਕਰ ਨਹੀਂ ਸਕਦਾ ਕਿਉਂਕਿ ਮੈਂ ਇਸ ਕੇਸ ਦੇ ਵਿੱਚ ਲਾਇਰ ਹਾਂ ਜੀ। ਜੇ ਮੇਰਾ ਅਨਬਾਇਸਡ ਓਪੀਨੀਅਨ ਤੁਸੀਂ ਲੈਣਾ ਹੁੰਦਾ ਔਰ ਮੈਂ ਕੇਸ ਦਾ ਲਾਇਰ ਨਾ ਹੁੰਦਾ ਤਾਂ ਮੈਂ ਬੋਲ ਸਕਦਾ ਸੀ, ਪਰ ਜਦੋਂ ਮੈਂ ਆਪ ਕੰਪਲੇਨੈਂਟ ਵੱਲੋਂ ਇਸ ਕੇਸ ਪੇਸ਼ ਹੋ ਰਿਹਾ ਔਰ ਕੋਰਟ ਅਕਿਊਜ਼ ਨੂੰ ਰਿਲੀਫ ਦੇ ਰਹੀ ਹੈ, ਸੋ ਮੇਰਾ ਪ੍ਰੈਸ ਦੇ ਵਿੱਚ ਕੁਝ ਕੋਰਟ ਦੀ ਫੰਕਸ਼ਨਿੰਗ ਤੇ ਕਮੈਂਟ ਕਰਨਾ ਜਾਂ ਇੱਕ ਓਪੀਨੀਅਨ ਐਕਸਪ੍ਰੈਸ ਕਰਨਾ, ਕੋਰਟ ਦੀ ਫੰਕਸ਼ਨਿੰਗ ਦੇ ਉੱਤੇ ਆਪਾਂ ਕਮੈਂਟ ਨਹੀਂ ਕਰਦੇ, ਪਰ ਵਕੀਲ ਸਾਹਿਬ ਕਿਉਂਕਿ ਇਹ ਹਾਈ ਪ੍ਰੋਫਾਈਲ ਮਾਮਲਾ ਹੈ, ਹਾਈ ਪ੍ਰੋਫਾਈਲ ਲੋਕਾਂ ਦੇ ਨਾਲ ਜੁੜਿਆ ਹੋਇਆ ਹੈ, ਜਿਹੜੇ ਗਵਾਹ ਨੇ ਜਾਂ ਫਿਰ ਤੁਸੀਂ ਵੀ ਇਸ ਕੇਸ ਦੇ ਨਾਲ ਜੁੜੇ ਹੋਏ ਹੋ, ਪਰਿਵਾਰ ਇਸ ਕੇਸ ਦੇ ਨਾਲ ਬਲਵੰਤ ਸਿੰਘ ਮੁਲਤਾਨੀ ਹੋਣਾ ਦਾ ਜੁੜਿਆ ਹੋਇਆ ਹੈ, ਉਹਨਾਂ ਦੇ ਲਈ ਕਿੰਨਾ ਕੁ ਔਖਾ ਸਮਾਂ ਹੈ, ਕਿੰਨਾ ਕੁ ਪ੍ਰੈਸ਼ਰ, ਕਿੰਨੀਆਂ ਕੁ ਧਮਕੀਆਂ ਜਾਂ ਫਿਰ ਕਿੰਨਾ ਕੁ ਦਬਾਅ ਜਿਹੜਾ ਅਜਿਹੇ ਲੋਕਾਂ ਦੇ ਉੱਤੇ ਵੀ ਬਣਾਇਆ ਜਾ ਰਿਹਾ ਹੈ? ਦੇਖੋ, ਇੱਕ ਦਹਿਸ਼ਤ ਦਾ ਮਾਹੌਲ ਸੁਮੇਧ ਸਿੰਘ ਸੈਣੀ ਨੇ ਹਮੇਸ਼ਾ ਕ੍ਰੀਏਟ ਕਰਕੇ ਰੱਖਿਆ ਹੈ। ਉਹ ਤਾਂ ਰੱਖਿਆ ਹੈ ਕਿ ਉਹਨੇ ਦਿਖਾਇਆ ਕਿ ਦੇਖੋ ਜੇ ਮੇਰੇ ਈਦਰ ਫਾਲ ਇਨ ਲਾਈਨ, ਨਹੀਂ ਤਾਂ ਮੈਂ ਮਾਰ ਕੇ ਸੁੱਟ ਦਿਆਂਗਾ। ਆਬਵੀਅਸ ਹੈ ਉਹਨੇ ਉਹ ਜਿਹਾ ਤਾਂ ਕਰਕੇ ਰੱਖਿਆ ਕਿ ਕੋਈ ਉਹਦੇ ਖਿਲਾਫ ਆਵਾਜ਼ ਨਾ ਚੁੱਕੇ, ਉਹਦੀ ਤਸ਼ੱਦਦ, ਉਹਦੇ ਇਲੀਗਲ ਐਕਸ਼ਨ ਸਾਰੇ ਟੋਲਰੇਟ ਕਰਨ ਜੀ। ਉਹ ਚੀਜ਼ ਕਰਕੇ ਹੀ ਜਦੋਂ ਆਨਰੇਬਲ ਸੁਪਰੀਮ ਕੋਰਟ ਵੱਲੋਂ ਇਹ ਲਿਬਰਟੀ ਦਿੱਤੀ ਗਈ ਕਿ ਦੁਬਾਰਾ ਕੇਸ ਸ਼ੁਰੂ ਕੀਤਾ ਜਾਵੇ ਦਸੰਬਰ 2011 ਚ, ਔਰ ਫੈਮਿਲੀ ਨੂੰ ਕਿਹਾ ਕਿ ਆਬਵੀਅਸਲੀ ਕੋਰਟ ਦਾ ਤਾਂ ਆਹੀ ਓਪੀਨੀਅਨ ਸੀ ਕਿ ਅਸੀਂ ਲਿਬਰਟੀ ਦੇਤੀ ਹੈ, 2 ਮਹੀਨੇ ਦੇ ਵਿੱਚ ਕੰਪਲੇਂਟ ਆ ਜਾਊਗੀ, ਦੁਬਾਰਾ ਤਫਤੀਸ਼ ਦੁਬਾਰਾ ਸ਼ੁਰੂ ਹੋ ਜਾਊਗੀ। ਤੇ ਉਹ 5-6 ਸਾਲ ਕੰਪਲੇਂਟ ਨਹੀਂ ਆਈ ਬਿਕੋਜ਼ 2 ਮਹੀਨੇ ਬਾਅਦ ਤਾਂ ਸੁਮੇਧ ਸੈਣੀ ਡੀਜੀਪੀ ਸੀ। ਸੋ ਆਬਵੀਅਸ ਹੈ ਕੋਰਟ ਵੱਲੋਂ ਆ ਐਂਟੀਸਿਪੇਸ਼ਨ ਨਹੀਂ ਹੋ ਸਕਦੀ ਸੀ ਜੀ ਕਿ ਸੁਮੇਧ ਸੈਣੀ 2 ਮਹੀਨੇ ਬਾਅਦ ਡੀਜੀਪੀ ਹੋਗਾ। ਹੁਣ ਸਾਨੂੰ ਕੀ ਪਤਾ 2 ਮਹੀਨੇ ਬਾਅਦ ਪੰਜਾਬ ਦੇ ਡੀਜੀਪੀ ਕੌਣ ਹੈ ਜਾਂ 6 ਮਹੀਨੇ ਬਾਅਦ ਕੌਣ ਹੈ। ਸੋ ਉਹੀ ਚੀਜ਼ ਸੀ। ਦੂਜੀ ਗੱਲ ਕੀ ਹੋਈ ਕਿ ਜਦੋਂ ਉਹ ਫੈਮਿਲੀ ਡਰ ਕੇ ਅੱਗੇ ਨਹੀਂ ਆਈ, ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਵੀ ਸਮਝੋ 1.5 ਤੋਂ ਪੌਣੇ 2 ਸਾਲ ਲੱਗ ਗਏ ਹਿੰਮਤ ਜੁਟਾ ਕੇ ਅੱਗੇ ਆਉਣ ਲਈ। ਜੀ ਹੁਣ ਵੀ ਜਦੋਂ ਕਿਤੇ ਨਾ ਕਿਤੇ ਰਿਲੀਫ ਮਿਲ ਰਿਹਾ ਹੈ, ਅਰੈਸਟ ਨਹੀਂ ਹੋ ਰਿਹਾ, 302 FIR 'ਚ ਨਹੀਂ ਐਡ ਹੋਈ ਜੀ, ਪ੍ਰੋਸੀਕਿਊਟਿੰਗ SIT ਦੀ ਜਿਹੜੀ ਤਫਤੀਸ਼ੀ ਫਾਈਲ ਹੈ ਉਹਦੇ ਕਾਗਜ਼ ਸੁਮੇਧ ਸਿੰਘ ਸੈਣੀ ਕੋਰਟ ਦੇ ਵਿੱਚ ਓਪਨਲੀ ਲਾ ਰਿਹਾ ਹੈ। ਸੋ ਉਹ ਚੀਜ਼ਾਂ ਕਿਤੇ ਨਾ ਕਿਤੇ ਡੀਮੋਰਲਾਈਜ਼ਿੰਗ ਇਫੈਕਟ ਜ਼ਰੂਰ ਲਿਆਉਂਦੀਆਂ ਹੈ। ਪਰ ਜਿਹੜੀ ਇਹ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਹੋ ਰਹੀ ਹੈ, ਕਿਤੇ SIT ਛਾਪੇਮਾਰੀ ਕਰ ਰਹੀ ਹੈ, ਕਿਤੇ ਪੁਲਿਸ ਛਾਪੇਮਾਰੀ ਕਰ ਰਹੀ ਹੈ, ਫਿਰ ਕੀ ਲੱਗਦਾ ਹੈ ਕਿ ਸਾਰਾ ਕੁਝ ਪਖੰਡ, ਇੱਕ ਦਿਖਾਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਸੁਮੇਧ ਸੈਣੀ ਨੂੰ ਗ੍ਰਿਫਤਾਰੀ ਕਰਨ ਦੇ ਲਈ ਕਦਮ ਚੁੱਕ ਰਹੇ ਹਾਂ ਪਰ ਉਹ ਸਾਡੇ ਹੱਥ ਨਹੀਂ ਆ ਰਿਹਾ? ਦੇਖੋ, ਮੈਂ SIT ਦੀ ਫੰਕਸ਼ਨਿੰਗ ਤੇ ਤਾਂ ਕੀ ਕਮੈਂਟ ਕਰਾਂ, ਬਟ ਇੰਨਾ ਤੁਹਾਡੇ ਦਰਸ਼ਕ ਵੀ ਸਮਝਣਗੇ ਕਿ ਸੁਮੇਧ ਸਿੰਘ ਸੈਣੀ ਕੋਲ Z+ ਕੈਟਾਗਰੀ ਦੀ ਸਿਕਿਉਰਿਟੀ ਹੈ ਜੀ। ਸੁਮੇਧ ਸੈਣੀ ਦੀ ਐਜ਼ ਯੂਜੂਅਲ ਆਦਤ ਹੈ ਕਿ ਉਹ ਸ਼ੋਅ ਕਰਦਾ ਹੈ ਕਿ ਉਹ ਬੜਾ ਅਪਰਾਈਟ ਆਫਿਸਰ ਹੈ, ਬੜੇ ਉਹਨੇ ਕੰਮ ਕੀਤੇ ਹੈ ਜੇ ਵੱਡੇ ਲੋਕਾਂ ਨੂੰ ਜੋ ਕਿਸੇ ਨੇ ਹੱਥ ਨਹੀਂ ਪਾਇਆ ਉਹਨੇ ਪਾਇਆ, ਜੋ ਐਕਚੁਅਲੀ ਬਿਲਕੁਲ ਝੂਠ ਹੈ। ਸੋ ਉਹ ਚੀਜ਼ਾਂ ਕਰਕੇ ਉਹ ਸ਼ੋਅ ਕਰਦਾ ਕਿ ਜੀ ਸਰਕਾਰ ਉਹਦੇ ਖਿਲਾਫ ਹੈ, ਜਿਹਦੇ ਕਰਕੇ ਉਹਨੂੰ ਤੰਗ ਕਰ ਰਿਹਾ ਜੀ। ਰਿਐਲਿਟੀ ਕੀ ਹੈ ਤੁਹਾਡੇ ਦਰਸ਼ਕ ਵੀ ਜਾਣਦੇ ਆ, ਸੁਮੇਧ ਸਿੰਘ ਸੈਣੀ ਨੇ ਇਨੋਸੈਂਟ ਲੋਕਾਂ ਨੂੰ ਐਲੀਮੀਨੇਟ ਕੀਤਾ ਹੈ। ਟੈਰਰਿਜ਼ਮ ਦੇ ਨਾਂ ਤੇ ਲੜਨ ਦੇ ਉਸ ਕਵਰ ਦੇ ਵਿੱਚ ਉਹਨੇ ਇਨੋਸੈਂਟ ਲੋਕ ਮਾਰੇ ਆ। ਹੋਰ ਵੀ ਕੋਈ ਲੋਕ ਸਾਹਮਣੇ ਆਏ? ਸਵਾਲ ਦਾ 1 ਮਿੰਟ ਪਹਿਲਾਂ ਪਿਛਲੇ ਦਾ ਜਵਾਬ ਪੂਰਾ ਕਰਦੇ ਹਾਂ। ਹੁਣ ਕੀ ਹੈ, Z+ ਕੈਟਾਗਰੀ ਉਹਨੂੰ ਮਿਲੀ ਹੋਈ ਹੈ ਸਿਕਿਉਰਿਟੀ ਜੀ, ਸਰਕਾਰ ਵੱਲੋਂ ਮਿਲੀ ਹੋਈ ਹੈ, ਉਹ ਬਿਨਾਂ ਸਿਕਿਉਰਿਟੀ ਕਿਵੇਂ ਭੱਜ ਸਕਦਾ ਸੀ ਘਰੋਂ? ਪਹਿਲੀ ਗੱਲ ਤਾਂ ਹੈ ਕਿ ਜੇ ਸਰਕਾਰ ਫੜਨਾ ਚਾਹੁੰਦੀ ਜੀ, ਜੇ SIT ਫੜਨਾ ਚਾਹੁੰਦੀ, ਕੋਰਟ ਦੇ ਵਿੱਚ ਮੈਟਰ ਪੈਂਡਿੰਗ ਹੈ, 302 ਦਾ ਆਰਡਰ ਹੋ ਗਿਆ, ਐਪਲੀਕੇਸ਼ਨ ਜਦੋਂ ਲੱਗ ਗਈ ਕਿ 302 ਲਾਈ ਜਾਵੇ, ਉਹ ਐਪਲੀਕੇਸ਼ਨ 3 ਦਿਨ ਕੋਰਟ ਦੇ ਵਿੱਚ ਪੈਂਡਿੰਗ ਰਹੀ ਹੈ, ਚੌਥੇ ਦਿਨ ਉਹਦੇ 'ਤੇ ਫੈਸਲਾ ਆਇਆ। SIT ਉਦੋਂ ਵਾਚ ਰੱਖ ਸਕਦੀ ਸੀ ਸੁਮੇਧ ਸਿੰਘ ਸੈਣੀ ਦੇ ਉੱਤੇ। ਦੂਜੀ ਗੱਲ, ਜੇ ਸੁਮੇਧ ਸਿੰਘ ਸੈਣੀ ਘਰੋਂ ਭੱਜਿਆ ਤਾਂ SIT ਉਹਦੀ ਸਿਕਿਉਰਿਟੀ ਦੀ ਵਿਡਰੋਲ ਵਾਸਤੇ ਲਿਖ ਸਕਦੀ ਸੀ, ਜੋ ਹੁਣ ਤੱਕ ਰეკਮੈਂਡੇਸ਼ਨ ਨਹੀਂ ਦਿੱਤੀ ਗਈ ਕਿ ਸੁਮੇਧ ਸੈਣੀ ਨੂੰ ਸਿਕਿਉਰਿਟੀ ਦੇਣੀ ਕਿਉਂ ਜਦੋਂ ਬਿਨਾਂ ਸਿਕਿਉਰਿਟੀ ਉਹ ਭੱਜਿਆ ਫਿਰਦਾ। ਉਹ ਜਿਹਾ ਕੁਝ ਵੀ ਨਹੀਂ ਕੀਤਾ ਗਿਆ। ਮੈਂ ਕੋਈ ਕ੍ਰੈਡੀਬਿਲਿਟੀ ਤੇ ਸਵਾਲ ਨਹੀਂ ਚੁੱਕ ਰਿਹਾ, ਮੈਂ ਨਹੀਂ ਕਹਿ ਰਿਹਾ SIT ਜਾ ਕੇ SIT ਦੇ ਮੈਂਬਰਸ ਤਫਤੀਸ਼ੀ ਫਾਈਲ ਦੇ ਕਾਗਜ਼ ਦੇ ਰਿਹਾ, ਪਰ ਕਿਤੇ ਨਾ ਕਿਤੇ ਉਹਨਾਂ ਦੇ ਬੰਦਿਆਂ ਚੋਂ ਕਿਸੇ, ਉਹਨਾਂ ਦੇ ਆਫਿਸ ਸਟਾਫ ਚੋਂ ਕਿਤੋਂ ਕਾਗਜ਼ ਲੀਕ ਹੋ ਰਹੇ ਹੈ। ਇਹ ਚੀਜ਼ ਲੱਭਣੀ ਵੀ ਜ਼ਰੂਰੀ ਹੈ। ਸੁਮੇਧ ਸਿੰਘ ਸੈਣੀ ਜਾਣ ਪੁੱਛ ਕੇ ਇਹੋ ਜਿਹਾ ਕੰਡਕਟ ਵੀ ਸ਼ੋਅ ਕਰਦਾ ਦੂਜਿਆਂ ਨੂੰ ਡੀਮੋਰਲਾਈਜ਼ ਕਰਨ ਲਈ ਕਿ ਦੇਖੋ ਮੇਰੇ ਕੋਲ ਤਾਂ ਇਨਫੋਰਮੇਸ਼ਨ ਆ ਰਹੀ ਹੈ ਜੀ, ਪਰ ਉਹਦਾ ਨਾ ਫੜੇ ਜਾਣਾ ਐਵੀਡੈਂਟਲੀ ਕਿਤੇ ਨਾ ਕਿਤੇ ਤਾਂ ਇਨਵੈਸਟੀਗੇਟਿਵ ਟੀਮ ਤੇ ਸਵਾਲ ਉਠਾਉਂਦਾ ਹੀ ਹੈ ਕਿ ਉਹ ਕੀ ਫੜ ਨਹੀਂ ਸਕਦੇ ਸੀ ਇੱਕ ਬੰਦੇ ਨੂੰ ਜਿਹੜਾ ਇੰਨੇ ਪ੍ਰੋਟੈਕਟਿਵ ਕਵਰ ਦੇ ਅੰਡਰ ਸੀ। ਅੱਛਾ, ਇਹ ਤਾਂ ਇੱਕ ਕੇਸ ਹੈ ਬਲਵੰਤ ਸਿੰਘ ਮੁਲਤਾਨੀ ਦਾ ਜਿਸ ਦੀ ਪੈਰਵਾਈ ਤੁਸੀਂ ਕਰ ਰਹੇ ਹੋ। ਹੋਰ ਵੀ ਲੋਕ ਸਾਹਮਣੇ ਆ ਰਹੇ ਹੋਣਗੇ, ਸੁਮੇਧ ਸੈਣੀ ਦੇ ਹੋਰ ਵੀ ਚਿੱਠੇ ਜਿਹੜੇ ਨੇ ਤੁਹਾਡੇ ਕੋਲ ਪਹੁੰਚੇ ਨੇ ਕਿ ਕਿਸ ਹੱਦ ਤੱਕ ਟੈਰਰਿਜ਼ਮ ਦੇ ਨਾਂ ਦੇ ਉੱਤੇ ਨੌਜਵਾਨਾਂ ਨੂੰ ਅੱਤਵਾਦੀ ਦੱਸ ਕੇ ਉਹਨਾਂ ਦੇ ਉੱਤੇ ਤਸ਼ੱਦਦ ਜਿਹੜੇ ਸਨ ਉਸ ਸਮੇਂ ਕੀਤੇ ਗਏ। ਹਾਂਜੀ, ਬਹੁਤ ਆ ਰਹੇ ਹੈ। ਹੁਣ ਇਸ ਕੇਸ ਦੇ ਵਿੱਚ ਜਿਹੜੀ ਭੁੱਲਰ ਫੈਮਿਲੀ ਸੀ ਜੀ,
ਪ੍ਰੋਫੈਸਰ ਭੁੱਲਰ ਦੇ ਫਾਦਰ ਤੇ ਮਾਸੜ ਨੂੰ ਇਸੇ ਕੇਸ ਸੁਮੇਧ ਸਿੰਘ ਸੈਣੀ ਨੇ ਐਲੀਮੀਨੇਟ ਕੀਤਾ ਟੌਰਚਰ ਕਰਕੇ। ਫਿਰ ਉਸ ਤੋਂ ਇਲਾਵਾ ਇੱਕ ਡਾਕਟਰ ਭਗਵਾਨ ਸਿੰਘ ਹੈ ਜਿਹੜੇ ਅੱਗੇ ਆਏ ਆ, ਉਹ ਇਸ ਕੇਸ ਵਿਟਨੈਸ ਵੀ ਨੇ, ਉਹਨਾਂ ਨੂੰ ਕਿਸ ਤਰ੍ਹਾਂ ਇਹਨੇ ਝੂਠਾ ਕੇਸ ਪਲਾਂਟ ਕੀਤਾ ਉਹਨਾਂ ਤੇ, ਉਹਨਾਂ ਨੂੰ ਟੌਰਚਰ ਕੀਤਾ। ਹੋਰ ਬਹੁਤ ਲੋਕ ਹੌਲੀ ਹੌਲੀ ਅੱਗੇ ਆ ਰਹੇ ਆ, ਆਪਣੇ ਕੇਸਿਸ ਲੈ ਕੇ ਆ ਰਹੇ ਆ ਜੀ, ਪਰ ਉਹ ਇਸ ਕੇਸ ਤੋਂ ਫਿਰ ਅੱਡ ਹੋ ਜਾਂਦੇ ਓਬਵੀਅਸਲੀ। ਪਰ ਸੁਮੇਧ ਸਿੰਘ ਸੈਣੀ ਨੇ ਐਕਚੁਅਲੀ ਇਨੋਸੈਂਟ ਲੋਕਾਂ ਤੇ ਤਸ਼ੱਦਦ ਢਾਈ ਹੈ। ਉਹਨੂੰ ਕੀ ਸੈਡਿਸਟਿਕ ਪਲੇਜ਼ਰ ਉਹ ਡਰਾਈਵ ਕੀਤੇ ਹੈ ਰੱਬ ਜਾਣਦਾ, ਪਰ ਮੈਨੂੰ ਮੁਲਤਾਨੀ ਵਾਲੇ ਟੌਰਚਰ ਤੋਂ ਕਿ ਇੱਕ ਡੰਡਾ ਪਿੱਛੇ ਦੇ ਕੇ ਉਹਦੇ ਠੁੱਡਾਂ ਮਰਵਾਉਣੀਆਂ ਔਰ ਉਸ ਚੀਜ਼ ਨੂੰ ਇੰਜੋਏ ਕਰਨਾ ਜਾਂ ਦੇਖਦੇ ਰਹਿਣਾ, ਅਗਲੇ ਨੂੰ ਦਰਦ ਦੇ ਵਿੱਚ ਤੜਪਦੇ ਰਹਿਣ ਦੇਣਾ, ਇਹ ਕੋਈ ਇਨਸਾਨੀਅਤ ਨਹੀਂ, ਹੈਵਾਨੀਅਤ ਦੀ ਵੀ ਹਰ ਹੱਦ ਪਾਰ ਹੈ ਜੀ ਮੈਂ ਕਹਾਂਗਾ। ਮਤਲਬ ਪੁਲਿਸ ਟੌਰਚਰ ਸੁਣਿਆ ਸੀ ਪਰ ਇਹੋ ਜਿਹਾ ਨਹੀਂ। ਇਹ ਤਾਂ ਬਿਲਕੁਲ ਅਨਸੁਣੀ ਚੀਜ਼ ਹੈ, ਜਿਵੇਂ ਕਿਸੇ ਹਾਰਰ ਪਿਕਚਰ ਦੀ ਕਹਾਣੀ ਤੁਸੀਂ ਦੇਖ ਰਹੇ ਹੋ ਜੀ। ਇਹਨਾਂ ਦਾ ਕਿਸੇ ਕੋਈ ਸੌਰੀ ਟੂ ਸੇ ਬਟ ਕੋਈ ਭੂਤ ਵੀ ਨਹੀਂ ਇੰਨਾ ਉਹ ਦਿਖਾਉਂਦੇ ਕਿਸੇ ਨੂੰ ਐ। ਅੱਛਾ ਪ੍ਰਦੀਪ ਜੀ, ਕਿਉਂਕਿ ਇਹੋ ਜਿਹੇ ਮਾਮਲੇ ਜਿਹੜੇ ਹੁੰਦੇ ਨੇ, ਜਿਸ ਤਰੀਕੇ ਦੇ ਨਾਲ ਸੁਮੇਧ ਸੈਣੀ ਵਰਗੇ ਹਾਈ ਪ੍ਰੋਫਾਈਲ ਲੋਕ ਇਸ ਕੇਸ ਦੇ ਵਿੱਚ ਇੱਕ ਤਰੀਕੇ ਦੇ ਨਾਲ ਮੁਜਰਮ ਦੇ ਤੌਰ ਦੇ ਉੱਤੇ ਉਹਨਾਂ ਨੂੰ ਤੁਸੀਂ ਦੇਖ ਰਹੇ ਹੋ, ਜਦੋਂ ਫਿਰ ਵਕੀਲ ਵੀ ਅਜਿਹੇ ਕੇਸਾਂ ਨੂੰ ਹੱਥ ਪਾਉਂਦੇ ਨੇ ਤਾਂ ਬੜੇ ਦਬਾਅ ਪੈਂਦੇ ਨੇ, ਪੈਸੇ ਦਾ ਦਬਾਅ ਹੋਵੇ, ਪੋਲੀਟੀਕਲ ਪ੍ਰੈਸ਼ਰ ਹੋਵੇ ਜਾਂ ਫਿਰ ਹੋਰ ਕਈ ਤਰ੍ਹਾਂ ਦੇ ਦਬਾਅ। ਤੁਹਾਡੇ ਨਾਲ ਇਸ ਕੇਸ ਦੇ ਨਾਲ ਜੁੜਨ ਤੋਂ ਬਾਅਦ ਕੀ ਕੁਝ ਵਾਪਰਿਆ? ਵੇਖੋ, ਵਕੀਲਾਂ ਤੇ ਦਬਾਅ, ਜਿਵੇਂ ਸੈਣੀ ਦੇ ਹੀ ਵਕੀਲ ਨੂੰ ਪਿੱਛੇ ਹਟਣਾ ਪਿਆ, ਜਿਹੜੇ ਪਹਿਲਾਂ ਇਹਦੇ ਲਈ ਕਲੇਰ ਸਾਹਿਬ ਸ਼ਾਇਦ ਪੇਸ਼ ਹੋ ਰਹੇ ਸੀ, ਉਹਨਾਂ ਨੂੰ ਪਿੱਛੇ ਹਟਣਾ ਪਿਆ ਕਿਉਂਕਿ ਕਾਫੀ ਪਬਲਿਕ ਰਿਜ਼ੈਂਟਮੈਂਟ ਆਈ ਔਰ ਉਹਨਾਂ ਨੂੰ ਮੈਸੇजेस ਪਾਏ ਲੋਕਾਂ ਨੇ ਕਿ ਅਸੀਂ ਤੁਹਾਡੇ ਤੋਂ ਐਕਸਪੈਕਟ ਨਹੀਂ ਕਰਦੇ ਜੀ। ਨਥਿੰਗ ਅਗੇਂਸਟ ਹਿਮ ਪਰਸਨਲੀ, ਇਹਦਾ ਮਤਲਬ ਇੰਡੀਵਿਜੂਅਲ ਚੋਇਸ ਹੈ। ਲਾਇਰ ਦੇ ਉੱਤੇ ਕਿਤੇ ਨਾ ਕਿਤੇ ਦੇਖੋ, ਲਾਇਰ ਵੀ ਇੱਕ ਇਨਸਾਨ ਹੈ, ਸਿਫਾਰਿਸ਼ ਆ ਜਾਣੀ ਕਿਤੋਂ ਕਿ ਜੀ ਮੇਰਾ ਦੋਸਤ ਹੈ ਤੁਸੀਂ ਉਹਦੇ ਖਿਲਾਫ ਨਾ ਖੜੇ ਹੋ, ਉਹ ਇੱਕ ਗੱਲ ਹੁੰਦੀ ਹੈ। ਪਰ ਰਹੀ ਗੱਲ ਇਹੋ ਜਿਹਾ ਪ੍ਰੈਸ਼ਰ ਕਿ ਡਰ ਕੇ ਪਿੱਛੇ ਹਟਣਾ ਜਾਂ ਖਰੀਦੇ ਜਾਣਾ, ਮੇਰੀ ਕੋਈ ਮਤਲਬ ਮੈਂ ਰੈਪੂਟੇਸ਼ਨ ਵੀ ਮੇਰੀ ਉਹੀ ਹੈ ਕਿ ਮੈਨੂੰ ਅਪਰੋਚ ਨਹੀਂ ਕਰ ਸਕਦਾ ਕੋਈ। ਐਂਡ ਸੈਕਿੰਡ, ਜਿੱਥੇ ਤੱਕ ਸੁਮੇਧ ਸਿੰਘ ਸੈਣੀ ਵਰਗੇ ਦਾ ਸਵਾਲ ਹੈ, ਇਹੋ ਜਿਹੇ ਦੇ ਵਿੱਚ ਵੇਖੋ ਡਰ, ਅਸੀਂ ਇਸੇ ਸੁਸਾਇਟੀ 'ਚ ਰਹਿਣਾ ਹੈ। ਜੇ ਇਹੋ ਜਿਹੇ ਕਾਤਲਾਂ ਨੂੰ ਅਸੀਂ ਵਰਦੀ ਪਾ ਕੇ ਆਪਣੇ ਪ੍ਰੋਟੈਕਟਰਸ ਮੰਨਾਂਗੇ ਤੇ ਸਾਡੇ ਤੋਂ ਵੱਡਾ ਬੇਵਕੂਫ ਕੌਣ ਹੈ? ਇਹੋ ਜਿਹੇ ਨੂੰ ਇਹਦੇ ਪਾਪਾਂ ਦੀ ਸਜ਼ਾ ਦਿਵਾਉਣੀ, ਇਹੋ ਜਿਹੇ ਇੱਕ ਲਾਅ ਬ੍ਰੇਕਰ ਨੂੰ ਲਾਅ ਦਾ ਡਰ ਇਹਦੇ ਵਿੱਚ ਪਾਉਣਾ ਔਰ ਇਹਦੀ ਇੱਕ ਐਗਜ਼ਾਮਪਲ, ਇਹਦੇ ਵਰਗੇ ਨੂੰ ਇੱਕ ਐਗਜ਼ਾਮਪਲ ਬਣਾ ਕੇ ਸ਼ੋਅ ਕਰਨਾ ਕਿ ਜੀ ਜਿੱਥੇ ਤੱਕ ਮਰਜ਼ੀ ਭੱਜੋ, ਕਾਨੂੰਨ ਦੇ ਹੱਥ ਬਹੁਤ ਲੰਬੇ ਆ, ਤੁਹਾਨੂੰ ਅਸੀਂ ਤੁਹਾਡੇ ਪਾਪਾਂ ਦੀ ਸਜ਼ਾ ਦਿਵਾਵਾਂਗੇ ਔਰ ਰਕਸ਼ਕਾਂ ਨੂੰ ਅਸੀਂ ਭਖਸ਼ਕ ਨਹੀਂ ਬਣਨ ਦੇਵਾਂਗੇ। ਉਹ ਮੈਸੇਜ ਬਹੁਤ ਜ਼ਰੂਰੀ ਹੈ ਬਿਕੋਜ਼ ਸੁਮੇਧ ਸਿੰਘ ਸੈਣੀ ਨੇ ਇਕੱਲੇ ਕੰਮ ਨਹੀਂ ਕੀਤਾ, ਉਹਨੇ ਇੱਕ ਟੀਮ ਤਿਆਰ ਕਰਕੇ ਹਮੇਸ਼ਾ ਕੰਮ ਕੀਤਾ, ਉਹ ਟੀਮ ਨੇ ਵੀ ਉਹੋ ਜਿਹੇ ਕੰਮ ਕੀਤੇ ਹੈ ਜੀ। ਸੋ ਇਹ ਇੱਕ ਬਹੁਤ ਗਲਤ ਮੈਸੇਜ ਹੈ ਜਿਹੜਾ ਪੁਲਿਸ ਦੇ ਵਿੱਚ ਜਾ ਚੁੱਕਿਆ ਕਿ ਅਸੀਂ ਜੋ ਮਰਜ਼ੀ ਗਲਤ ਕੰਮ ਕਰ ਲਈਏ, ਵੀ ਕੈਨ escape our liability, ਸਾਨੂੰ ਲਾਅ ਦੇ ਵਿੱਚ ਵੀ ਪ੍ਰੋਟੈਕਸ਼ਨ ਹੈ, ਸਾਨੂੰ ਸਿਸਟਮ ਮੈਨੂਪੂਲੇਟ ਕਰਨਾ ਆ ਗਿਆ ਜੀ। ਸੋ ਇਹ ਬਹੁਤ ਜ਼ਰੂਰੀ ਹੈ ਇਸ ਚੀਜ਼ ਨੂੰ ਇੱਕ ਫੁੱਲ ਸਟਾਪ ਲਾਉਣਾ। ਮੈਂ ਕਹੂੰਗਾ ਕਿ ਸੁਮੇਧ ਸਿੰਘ ਸੈਣੀ ਵਰਗੇ ਨੂੰ ਵੀ ਕਾਨੂੰਨ ਦਾ ਡਰ ਹੋਣਾ ਚਾਹੀਦਾ ਹੈ, ਉਹਨੂੰ ਉਹਦੇ ਪਾਪਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਇਸ ਸਿਸਟਮ ਨਾਲ ਖਿਲਵਾੜ ਕਰਨ ਦੀ ਕੋਈ ਹਿੰਮਤ ਨਾ ਕਰ ਸਕੇ। ਕੀ ਲੱਗ ਰਿਹਾ ਹੈ ਕਿ ਕਦੋਂ ਤੱਕ ਫਿਰ ਗ੍ਰਿਫਤਾਰੀ ਹੋਵੇਗੀ ਹੁਣ, ਕਿ ਇਹੀ ਸਾਰਾ ਕੁਝ ਮਾਜਰਾ ਚੱਲੇਗਾ ਜਿੱਥੇ 29 ਸਾਲ ਬੀਤ ਗਏ ਨੇ, ਕੋਈ ਸਾਲ ਹੋਰ ਬੀਤ ਜਾਣਗੇ? ਵੇਖੋ, ਜਿੱਥੇ ਤੱਕ ਮੈਂ ਐਗਜ਼ਾਮਪਲ ਪਹਿਲਾਂ ਸ਼ੁਰੂ ਕਰਦਾ ਇੱਕ ਕਿ ਜਿਸ ਤਰ੍ਹਾਂ ਜਦੋਂ ਕੇਸ ਸ਼ੁਰੂ ਹੋਇਆ ਜੀ, ਮੈਨੂੰ ਸਾਰਿਆਂ ਨੇ ਕਿਹਾ ਸੀ ਕਿ ਜੀ ਕੁਝ ਨਹੀਂ ਹੋਣਾ, ਰੱਬ ਦੀ ਰਜ਼ਾ ਦੇ ਵਿੱਚ ਅਸੀਂ ਚੱਲੇ, ਰੱਬ ਦੀ ਮਿਹਰ ਰਹੀ। 302 ਵੀ ਕੋਰਟ ਵੱਲੋਂ ਲੱਗ ਗਈ, SIT ਨੇ ਭਾਵੇਂ ਨਹੀਂ ਲਾਈ ਜੀ। ਅੱਜ ਉਹੀ ਸੁਮੇਧ ਸੈਣੀ ਭੱਜਿਆ ਫਿਰ ਰਿਹਾ, ਭਾਵੇਂ ਕੋਰਟ ਤੋਂ ਪ੍ਰੋਟੈਕਸ਼ਨ ਵੀ ਉਹਨੇ ਲੈ ਲਈ, ਭੱਜਣਾ ਪੈ ਗਿਆ। ਜਿਸ ਜਗ੍ਹਾ ਤੱਕ ਪਹੁੰਚ ਗਏ ਅਸੀਂ ਲੜਦੇ ਹੋਏ, ਫਤਿਹ ਹਾਸਿਲ ਕਰਦੇ ਹੋਏ, ਇਹ ਵੀ ਮੁਕਾਮ ਹੈ ਆਪਣੇ ਆਪ 'ਚ। ਸੋ ਇੱਥੇ ਤੱਕ ਆਏ ਹਾਂ, ਜਿੱਤ ਤਾਂ ਹਾਸਿਲ ਕਰਾਂਗੇ। ਕੰਮ ਵੋਟ ਮੈਂ ਦੇਖੋ ਤੁਹਾਡੇ ਦਰਸ਼ਕਾਂ ਦੀਆਂ ਦੁਆਵਾਂ, ਅਰਦਾਸਾਂ, ਅਸੀਸਾਂ ਨਾਲ ਨੇ ਜੀ। ਇਹ ਕ੍ਰੈਡਿਟ ਮੇਰੀ ਮਿਹਨਤ ਨੂੰ ਨਹੀਂ ਜਾਂਦਾ, ਉਹਨਾਂ ਅਰਦਾਸਾਂ ਨੂੰ ਮੈਂ ਐਟਰੀਬਿਊਟ ਕਰਦਾ। ਬਹੁਤ ਅਨਨੋਨ ਲੋਕਾਂ ਦੇ ਮੈਸੇजेस ਮੈਨੂੰ ਆ ਰਹੇ ਹੈ, ਕਾਲਸ ਆ ਰਹੀ ਹੈ, ਹੌਸਲਾ ਅਫਜ਼ਾਈ ਕਰਨ ਲਈ ਕਰ ਰਹੇ ਹੈ, ਸ਼ਾਬਾਸ਼ੀ ਦੇਣ ਲਈ ਕਰ ਰਹੇ ਹੈ, ਪਰ ਮੈਂ ਸਾਰਿਆਂ ਨੂੰ ਆਹੀ ਕਹਿਣਾ ਕਿ ਰਿਜ਼ਲਟ ਤੁਹਾਡੀਆਂ ਅਰਦਾਸਾਂ ਦਾ ਹੈ। ਵੇਖੋ, ਗੁਰੂ ਸਾਹਿਬ ਨੇ ਕਿਹਾ ਹੈ, ਦੇਸ਼ ਸੇਵਾ ਪਰ ਮੋਹਿ ਹੈ, शुभ कर्मन ते कभू न डरो न डरो अरसों जब जाए लरो, निश्चय कर अपनी जीत करो। सो साडी जित भी पक्की है क्योंकि असो गुरु साहब दे राह ते हां। ना डरन दा साडा राह है, ना पिछे हटन दा राह है।
ਜਿਹੜੇ ਮੇਰੇ ਲਈ ਅਰਦਾਸਾਂ ਕਰ ਰਹੇ ਹੈ, ਮੁਲਤਾਨੀ ਪਰਿਵਾਰ ਲਈ ਅਰਦਾਸਾਂ ਕਰ ਰਹੇ ਹੈ, ਸਮਝੋ ਉਹ ਸਾਰੇ ਸਾਡੀ ਟੀਮ ਦਾ ਹਿੱਸਾ ਨੇ। ਸੋ ਮੈਂ ਉਹਨਾਂ ਸਾਰਿਆਂ ਦੇ ਬਿਹਾਫ ਤੇ ਬੋਲ ਰਿਹਾ। ਭਾਵੇਂ ਤੁਹਾਡੇ ਦਰਸ਼ਕ ਮੈਨੂੰ ਸੁਣ ਰਹੇ ਹੈ, ਦੇਖ ਰਹੇ ਹੈ, ਉਹ ਵੀ ਜਦੋਂ ਮੇਰੇ ਲਈ ਅਰਦਾਸ ਕਰ ਰਹੇ ਹੈ, ਇਸ ਕੇਸ ਦੇ ਵਿੱਚ ਸਾਡੀ ਫਤਿਹ ਹਾਸਿਲ ਹੋਵੇ ਇਸ ਲਈ ਅਰਦਾਸ ਕਰ ਰਹੇ, ਉਹ ਵੀ ਸਾਡੀ ਟੀਮ ਦਾ ਹੀ ਹਿੱਸਾ ਹੋ ਗਏ। ਅੱਛਾ, ਆਖਰੀ ਇੱਥੇ ਤਾਂ ਆਪਾਂ ਜਿੱਤਾਂਗੇ ਔਰ ਤੁਸੀਂ ਇਸ ਚੈਨਲ ਤੇ ਮੈਨੂੰ ਮੁਬਾਰਕਾਂ ਦਿਓਗੇ, ਇਹ ਵੀ ਮੈਂ ਤੁਹਾਨੂੰ ਦੱਸ ਰਿਹਾ। ਅੱਛਾ, ਆਖਰੀ ਸਵਾਲ, ਜਦੋਂ ਇਹ ਕੇਸ ਤੁਹਾਡੇ ਕੋਲ ਆਇਆ ਸੀ, ਫੈਸਲਾ ਲਿਆ ਸੀ ਕਿ ਸੁਮੇਧ ਸਿੰਘ ਸੈਣੀ ਦੇ ਖਿਲਾਫ ਖੜੇ ਹੋਣਾ ਹੈ, ਪਰਿਵਾਰ ਦਾ ਕੀ ਰਿਐਕਸ਼ਨ ਸੀ? ਕਿਉਂਕਿ ਪਰਿਵਾਰ ਨੂੰ ਬਹੁਤ ਹੁੰਦਾ ਹੈ ਕਿ ਤੁਸੀਂ ਕਿਸ ਮਸਲੇ ਦੇ ਵਿੱਚ ਪੈ ਰਹੇ ਹੋ, ਭਾਵੇਂ ਤੁਸੀਂ ਅੰਦਰੋਂ ਜਿੰਨੇ ਮਰਜ਼ੀ ਸਟਰੋਂਗ ਹੋਵੋ ਕਿ ਮੈਂ ਇਹ ਕੇਸ ਲੜਨਾ। ਆਪਣੇ ਪਰਿਵਾਰ ਬਾਰੇ ਦੱਸੋ ਕਿ ਉਹਨਾਂ ਦਾ ਉਸ ਵੇਲੇ ਕੀ ਰਿਐਕਸ਼ਨ ਸੀ ਜਦੋਂ ਇਸ ਕੇਸ ਦੇ ਨਾਲ ਜੁੜੇ ਸੀ? ਦੇਖੋ, ਮੇਰੇ ਦਾਦਾ ਜੀ ਲੇਟ ਸਰਦਾਰ ਕੁਲਦੀਪ ਸਿੰਘ ਵਿਰਕ ਇੱਕ IAS ਅਫਸਰ ਸੀਗੇ ਜੀ, ਪਦਮਾ ਸ਼੍ਰੀ ਤੋਂ ਸਨਮਾਨਿਤ ਸੀ। ਮੇਰੇ ਫਾਦਰ ਸਰਦਾਰ ਸਰਬਦੀਪ ਸਿੰਘ ਵਿਰਕ 1970 ਬੈਚ ਦੇ IPS ਅਫਸਰ ਰਹੇ ਨੇ, ਪੰਜਾਬ ਤੇ ਮਹਾਰਾਸ਼ਟਰ ਦੇ DGP ਰਹੇ ਨੇ ਜੀ, ਪਦਮਾ ਸ਼੍ਰੀ ਤੋਂ ਸਨਮਾਨਿਤ, ਗੈਲੈਂਟਰੀ ਮੈਡਲ ਤੋਂ ਸਨਮਾਨਿਤ। ਸੋ ਮੈਂ ਇੱਕ ਫੈਮਿਲੀ ਨੂੰ ਬਿਲੋਂਗ ਕਰਦਾ ਜਿੱਥੇ 2 ਜਨਰੇਸ਼ਨਸ ਨਾ ਸਿਰਫ ਆਲ ਇੰਡੀਆ ਸਰਵਿਸਿਜ਼ ਦੇ ਵਿੱਚ ਰਹੀਆਂ IAS ਐਂਡ IPS ਦੇ ਵਿੱਚ, ਨਾਲੇ ਪਦਮਾ ਸ਼੍ਰੀ ਤੋਂ ਸਨਮਾਨਿਤ ਰਹੀਆਂ। ਉਸ ਤੋਂ ਇਲਾਵਾ ਜਿੱਥੇ ਤੱਕ ਮੇਰਾ ਸਵਾਲ ਹੈ, ਮੈਂ ਆਪ IPS ਸੀ 2006 ਬੈਚ ਜੀ। ਹੁਣ ਓਬਵੀਅਸ ਹੈ ਮੇਰੀ ਫੈਮਿਲੀ ਬੈਕਗਰਾਉਂਡ ਵੀ ਜੇ ਤੁਸੀਂ ਪਤਾ ਕਰੋਗੇ ਨਿਡਰਤਾ ਵਾਲੀ ਹੈ, ਡਰ ਕੇ, ਔਰ ਉਹ ਵੀ ਸੁਮੇਧ ਸਿੰਘ ਸੈਣੀ ਵਰਗੇ ਕ੍ਰਿਮੀਨਲਸ ਤੋਂ ਡਰ ਕੇ। ਉਹ ਤਾਂ ਸੋਚ ਹੀ ਨਹੀਂ ਸਕਦੇ ਕਿ ਉਹਦੇ ਤੋਂ ਡਰ ਕੇ ਅਸੀਂ ਪਿੱਛੇ ਹਟਾਂਗੇ ਜਾਂ ਅੱਗੇ ਵਧਣ ਤੋਂ ਰੁਕਾਂਗੇ। ਇਨਫੈਕਟ ਜਦੋਂ ਤੁਸੀਂ ਆਪ ਵਰਦੀ ਪਾਈ ਹੁੰਦੀ ਹੈ ਤੁਹਾਨੂੰ ਉਸ ਵਰਦੀ ਦੇ ਪ੍ਰਿੰਸੀਪਲਸ ਦੀ ਰੱਖਿਆ ਕਰਨੀ ਹੁੰਦੀ ਹੈ ਜੀ। ਕਿਤੇ ਨਾ ਕਿਤੇ ਉਹ ਖੂਨ ਦੇ ਵਿੱਚ ਉਬਾਲ ਹੁੰਦਾ ਹੈ ਕਿ ਇਸ ਵਰਦੀ ਨੂੰ ਜਿਨ੍ਹਾਂ ਨੇ ਦਾਗਦਾਰ ਕੀਤਾ ਹੈ ਉਹਨਾਂ ਨੂੰ ਸਜ਼ਾ ਦਿਵਾਉਣੀ ਜ਼ਰੂਰੀ ਹੈ ਤਾਂ ਕਿ ਵਰਦੀ 'ਚ ਦੁਬਾਰਾ ਵਿਸ਼ਵਾਸ ਉੱਠੇ ਲੋਕਾਂ ਦਾ। ਵੇਖੋ, ਇੱਕ ਸਿਸਟਮ ਦੀ ਡਿਟੀਰੀਓਰੇਸ਼ਨ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਵਰਦੀ ਵਾਲੇ ਗਲਤ ਰਾਹ ਫੜ ਲੈਂਦੇ ਆ, ਕਿਉਂਕਿ ਉਹਨਾਂ ਨੇ ਪ੍ਰੋਟੈਕਟ ਕਰਨਾ ਹੈ। ਸੋ ਇਸ ਕਰਕੇ ਮੈਨੂੰ ਤਾਂ ਫੈਮਿਲੀ ਵੱਲੋਂ ਨਾ ਸਿਰਫ ਸਪੋਰਟ ਰਹੀ ਹੈ, ਅਰਦਾਸਾਂ ਅਸੀਸਾਂ ਬਹੁਤ ਰਹੀਆਂ ਔਰ ਹਮੇਸ਼ਾ ਰਹਿਣਗੀਆਂ। ਔਰ ਉਸ ਤੋਂ ਜ਼ਿਆਦਾ ਮੈਂ ਫਿਰ ਉਹੀ ਕਹਾਂਗਾ, ਜਿਹੜਾ ਰਾਹ ਹੈਗਾ ਹੈ ਸੱਚਾਈ 'ਤੇ ਚੱਲਣ ਦਾ, ਉਹ ਜਜ਼ਬਾ ਬਚਪਨ ਤੋਂ ਦੇਖਿਆ ਹੈ, ਉਹ ਖੂਨ 'ਚ ਵੀ ਹੈ। ਗੁਰੂਆਂ ਦਾ ਰਾਹ ਜੋ ਮਤਲਬ ਪੇਰੈਂਟਸ ਨੇ ਸਿਖਾਇਆ ਹੈ, ਮੇਰੇ ਮਦਰ ਬਹੁਤ ਪਾਠ ਕਰਦੇ, ਸੋ ਉਹਨਾਂ ਨੇ ਜੋ ਸਿੱਖਿਆ ਦਿੱਤੀ ਉਹ ਜਜ਼ਬਾ ਪੈਦਾਇਸ਼ੀ ਵੀ ਸੀ ਔਰ ਉੱਤੇ ਹੋਰ ਇਨਕਲਕੇਟ ਹੋ ਗਿਆ, ਹੋਰ ਉਸ ਜਜ਼ਬੇ ਦੀ ਗਰੋਥ ਹੋ ਗਈ। ਹੁਣ ਜਦੋਂ ਤੁਸੀਂ ਆਪ ਹੀ ਆ ਸਿੱਖਦੇ ਹੋ ਕਿ ਜੀ ਗੁਰੂ ਸਾਹਿਬ ਨੇ 4 ਸਾਹਿਬਜ਼ਾਦੇ ਆਪਣੇ ਕੁਰਬਾਨ ਕਰਤੇ ਸਾਡੇ ਵਾਸਤੇ, ਸਾਡੀ ਕੌਮ ਵਾਸਤੇ, ਸੁਸਾਇਟੀ ਵਾਸਤੇ, ਜਾਂ ਤੁਸੀਂ ਇਹ ਦੇਖਦੇ ਹੋ ਕਿ ਕਿਸ ਤਰ੍ਹਾਂ ਸਾਡੇ 9ਵੇਂ ਗੁਰੂ ਸਾਹਿਬ ਨੂੰ ਟੌਰਚਰ ਕੀਤਾ ਪਰ ਉਹ ਪ੍ਰਿੰਸੀਪਲਸ 'ਤੇ ਖੜੇ ਰਹੇ ਜੀ। ਸੋ ਤੁਸੀਂ ਕਿਤੇ ਵੀ ਪਿੱਛੇ ਹਟਣ ਦਾ, ਡਰਨ ਦਾ ਜਾਂ ਸੋਚਣ ਦਾ ਉਸ ਚੀਜ਼ 'ਤੇ, ਇੱਕ ਡਬਲ ਮਾਈਂਡਡ ਹੋਣ ਦਾ ਉਹ ਰਸਤਾ ਹੀ ਨਹੀਂ ਹੁੰਦਾ। ਉਹ ਸਿਰਫ ਇੱਕੋ ਹੀ ਚੀਜ਼ ਪਤਾ ਹੁੰਦੀ ਹੈ ਕਿ ਸੁਮੇਧ ਸਿੰਘ ਸੈਣੀ ਵਰਗੇ ਹੈਗੇ ਹੈ, ਸੋ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਦੱਸਣੀ ਹੈ, ਕਾਨੂੰਨ ਦਾ ਡਰ ਇਨਫਿਊਜ਼ ਕਰਨਾ ਹੈ। ਮੈਂ ਉਸ ਗੱਲ 'ਤੇ ਮੈਨੂੰ ਕਈ ਵਾਰੀ ਹਾਸਾ ਵੀ ਆਉਂਦਾ ਹੈ ਕਿ ਮੈਂ ਐਕਚੁਅਲੀ ਨਿਡਰਤਾ ਦੀ ਗੱਲ ਨਹੀਂ ਹੈ ਜੀ। ਤੁਹਾਡਾ ਸਵਾਲ ਬਹੁਤ ਰੈਲੇਵੈਂਟ ਹੈ, ਲੋਕੀ ਬਹੁਤ ਡਰ ਕੇ ਚੱਲਦੇ ਆ, ਪਰ ਵੇਖੋ ਸਾਨੂੰ ਡਰਨ ਦਾ ਕਿਤੇ ਰੱਬ ਨੇ ਜਾਂ ਕਿਸੇ ਵੀ ਗੁਰੂ ਨੇ ਕਿਸੇ ਵੀ ਧਰਮ ਦੇ ਵਿੱਚ ਡਰ ਕੇ ਸੱਚਾਈ ਤੋਂ ਪਿੱਛੇ ਹਟਣ ਦੀ ਸਿੱਖਿਆ ਨਹੀਂ ਦਿੱਤੀ। ਸਿਰਫ ਸੱਚਾਈ ਲਈ ਖੜੇ ਹੋਣ ਦੀ ਔਰ ਉਸ ਨਿਡਰਤਾ ਦੇ ਨਾਲ ਅੱਗੇ ਵਧਣ ਦੀ ਦਿੱਤੀ ਹੈ। ਤਾਂ ਹੀ ਕਹਿੰਦੇ ਸੱਤਮੇਵ ਜਯਤੇ ਨਾਨ੍ਯਤਮ, ਵੀ ਸੱਚ ਹੀ ਜਿੱਤਦਾ, ਝੂਠ ਕਦੇ ਨਹੀਂ ਜਿੱਤਦਾ। ਸਾਨੂੰ ਉਸੇ ਰਾਹ 'ਤੇ ਚੱਲਣਾ ਹੈ। ਇਹਦੇ 'ਚ ਮੈਂ ਕੋਈ ਬਹੁਤ ਵੱਡਾ ਕੰਮ ਨਹੀਂ ਕਰ ਰਿਹਾ ਜੇ ਮੈਂ ਸੱਚਾਈ ਦੇ ਰਾਹ 'ਤੇ ਚੱਲਿਆ ਜਾਂ ਸੁਮੇਧ ਸਿੰਘ ਸੈਣੀ ਦੇ ਖਿਲਾਫ ਖੜਾ ਹੋਇਆ। ਸੁਮੇਧ ਸਿੰਘ ਸੈਣੀ, ਆਈ ਆਲਵੇਜ਼ ਸੇ ਔਨ ਰਿਕਾਰਡ, ਇੱਕ ਡਰਪੋਕ ਅਫਸਰ ਹੈ। ਇਹ ਦਲੇਰੀ ਦੇ ਕੰਮ ਨਹੀਂ ਹੁੰਦੇ ਕਿ ਇੱਕ ਬੰਦੇ ਨੂੰ ਤੁਸੀਂ ਹੱਥ ਬੰਨ੍ਹ ਕੇ ਬਿਠਾਤਾ ਤੇ ਟੌਰਚਰ ਕਰਤਾ, ਕਸਟਡੀ 'ਚ ਲੈ ਕੇ ਉਹਦੇ ਪਿੱਛੇ ਇੱਕ ਡੰਡਾ ਦੇਣਾ ਇਨਸਾਨੀਅਤ ਨਹੀਂ, ਹੈਵਾਨੀਅਤ ਹੈ। ਔਰ ਇਹ ਦਲੇਰ ਨਹੀਂ, ਕਮਜ਼ੋਰ, ਡਰਪੋਕ ਔਰ ਘਟੀਆ ਦਿਮਾਗ ਦੀ ਨਿਸ਼ਾਨੀ ਹੈ। ਆਈ ਸੇ ਦੈਟ ਔਨ ਰਿਕਾਰਡ। ਮਤਲਬ ਇਸ ਕਰਕੇ ਇਹੋ ਜਿਹਿਆਂ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਉਹਨਾਂ ਦੇ ਤਸ਼ੱਦਦ ਦੀ ਸਜ਼ਾ ਦਿਵਾਉਣੀ ਔਰ ਉਹਦੀ ਇੱਕ ਐਗਜ਼ਾਮਪਲ ਸੈੱਟ ਕਰਾਉਣੀ ਕਿ ਇਹੋ ਜਿਹੇ ਅਫਸਰ ਕਦੇ ਵੀ ਆਪਣੇ ਪਾਪਾਂ ਦੀ ਸਜ਼ਾ ਪਾਏ ਬਿਨਾਂ ਨਹੀਂ ਬਚ ਸਕਦੇ। ਇੱਕ ਐਗਜ਼ਾਮਪਲ ਸੈੱਟ ਕਰਨੀ ਬਹੁਤ ਜ਼ਰੂਰੀ ਹੈ। ਇਸ ਕਰਕੇ ਇਸ ਚੀਜ਼ ਦੇ ਵਿੱਚ ਤਾਂ ਮੈਨੂੰ ਹਮੇਸ਼ਾ ਮੇਰੇ ਟੱਬਰ ਦੀਆਂ ਅਸੀਸਾਂ ਰਹੀਆਂ, ਬਲੇਸਿੰਗਸ, ਪ੍ਰੇਅਰਸ, ਔਰ ਉਸ ਤੋਂ ਜ਼ਿਆਦਾ ਤੁਹਾਡੇ ਦਰਸ਼ਕਾਂ ਦੀਆਂ, ਮਤਲਬ ਜਿਹੜੀ ਮੈਂ ਓਪਨਲੀ ਜਿਨ੍ਹਾਂ ਦਾ ਮੈਂ ਥੈਂਕਸ ਵੀ ਕਰਦਾ ਔਰ ਇਹ ਰਿਕੁਐਸਟ ਕਰਦਾ
ਕਿ ਆਪਣੀਆਂ ਅਰਦਾਸਾਂ ਬਰਕਰਾਰ ਰੱਖੋ, ਫਤਿਹ ਜ਼ਰੂਰ ਮਿਲੂਗੀ ਇਸ ਕੇਸ 'ਚ ਆਪਾਂ ਨੂੰ। ਸੋ ਬਿਲਕੁਲ ਇਸ ਗੱਲ ਦੀ ਗਵਾਹੀ ਤਾਂ ਸਾਡਾ ਬੀਤਿਆ ਹੋਇਆ ਕੱਲ ਵੀ ਭਰਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਟੈਰਰਿਜ਼ਮ ਦੇ ਨਾਂ ਦੇ ਉੱਤੇ, ਅੱਤਵਾਦ ਦੇ ਨਾਮ ਦੇ ਉੱਤੇ ਕਈ ਤਰ੍ਹਾਂ ਦੇ ਤਸ਼ੱਦਦਾਂ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਬਲਵੰਤ ਸਿੰਘ ਮੁਲਤਾਨੀ ਸੀ ਜਿਨ੍ਹਾਂ ਦੇ ਕੇਸ ਦੀ ਪੈਰਵਾਈ ਪ੍ਰਦੀਪ ਵਿਰਕ ਹੋਣੀ ਕਰ ਰਹੇ ਨੇ। ਸੋ ਗੱਲਾਂ ਬਾਤਾਂ ਤੁਸੀਂ ਸੁਣੀਆਂ, ਉਮੀਦ ਕਰਦੇ ਹਾਂ ਕਿ ਆਪਣੇ ਮਿਸ਼ਨ ਦੇ ਵਿੱਚ ਜ਼ਰੂਰ ਕਾਮਯਾਬ ਹੋਣਗੇ, ਸੱਚ ਦੀ ਜਿੱਤ ਜਿਹੜੀ ਅਦਾਲਤ ਦੇ ਵਿੱਚ ਜ਼ਰੂਰ ਹੋਵੇਗੀ। ਸੋ ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਸੋ ਦੋਸਤੋ, ਉਮੀਦ ਕਰਦੇ ਹਾਂ ਕਿ ਪ੍ਰਦੀਪ ਵਿਰਕ ਹੋਣਾ ਦੇ ਨਾਲ ਇਹ ਗੱਲਾਂ ਬਾਤਾਂ ਤੁਹਾਨੂੰ ਜ਼ਰੂਰ ਪਸੰਦ ਆਈਆਂ ਹੋਣਗੀਆਂ। ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਿਹਾ ਕਰੋ ਤੇ ਇਦਾਂ ਹੀ ਬਣੇ ਰਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ।